रिकैप करांगे प्लस ਜਿਹੜੇ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਤੁਹਾਨੂੰ ਅੱਖਰ ਤੁਹਾਨੂੰ ਕਲਮਾ ਸ਼ਾਇਰੀ ਪੇਪਰ ਗੁਰੂ ਅਰਜਨ ਪਾਤਸ਼ਾਹ ਵਾਲਾ ਜਿਹੜਾ ਉਹਨਾਂ ਨੇ ਯੂਜ਼ ਕੀਤਾ ਸੀ ਉਹੀ ਘਰਾਣੇ ਤੋਂ ਉਹ ਪੇਪਰ ਲਿਆਇਆ ਗਿਆ ਉਸ ਤੇ ਬਾਣੀ ਲਿਖੀ ਗਈ ਹੈ ਘਰ ਦੀ ਸ਼ਾਈ ਬਣਾਈ ਗਈ ਹੈ ਅੱਜ ਸਭ ਕੁਝ ਤੁਹਾਨੂੰ ਦਿਖਾਇਆ ਜਾਏਗਾ ਕਿ ਉਹ ਕੀ ਚੀਜ਼ਾਂ ਹੈਗੀਆਂ ਨੇ ਤੇ ਪਲੱਸ ਅਸੀਂ ਅੱਜ ਦੀ ਕਲਾਸ ਨੂੰ ਵੀ ਖਤਮ ਕਰਾਂਗੇ ਉਸ ਤੋਂ ਪਹਿਲਾਂ ਜਦ ਤੱਕ ਸਾਡਾ ਸਾਰੀ ਸੰਗਤ ਜੁਆਇਨ ਕਰਦੀ ਹੈ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਜ ਦੀ ਜਮਾਤ ਸ਼ੁਰੂ ਕਰਾਂਗੇ ਜੀ ਸਾਰਿਆਂ ਨੂੰ ਬੇਨਤੀ ਹੈ ਆਪ ਜੀ ਆਪਣੀ ਜਗ੍ਹਾ ਤੇ ਜਿਸ ਤਰੀਕੇ ਨਾਲ ਵੀ ਤੁਸੀਂ ਆਪਣੇ ਇਸ਼ਟ ਨੂੰ ਯਾਦ ਕਰਦੇ ਹੋ ਉਸ ਪੋਜੀਸ਼ਨ ਦੇ ਵਿੱਚ ਆ ਜਾਓ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਇਸ ਦਾ ਖਤਮ ਕਰ ਲਿਆ ਸੀ ਸਭ ਨੂੰ ਬੇਨਤੀ ਹੈ ਕਿ ਆਪ ਜੀ ਪੇਪਰ ਪੈਨ ਲੈ ਕੇ ਤਿਆਰ ਹੋ ਜਾਓ ਫਿਰ ਅਸੀਂ ਅੱਗੇ ਸਟਾਰਟ ਕਰਾਂਗੇ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਤੁਸੀਂ 5 ਮਿੰਟ ਵਾਸਤੇ ਰੁਕ ਜਾਓਗੇ ਹਾਂਜੀ ਹਾਂਜੀ ਰੁਕ ਜਾਓ ਮੈਂ ਵੀ ਲਿਖਣਾ ਹਾਂਜੀ ਵਾਹਿਗੁਰੂ ਜੀ ਡਿਊਟੀ ਹੋ ਗਈ ਹੈ ਸੰਗਤ ਚੋਂ ਜਦ ਤੱਕ ਸਾਰੇ ਜੁਆਇਨ ਕਰਦੇ ਆ ਅਸੀਂ ਕੱਲ ਦੇ ਡਾਊਟਸ ਕਲੀਅਰ ਕਰ ਲੈਂਦੇ ਆ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਸਟਾਰਟ ਕਰਾਂਗੇ ਸੈਸ਼ਨ ਕਿਉਂਕਿ ਭੈਣ ਜੀ ਨੇ ਰੁਕਣ ਲਈ ਹਜੇ ਕਿਹਾ ਹੈ ਤਾਂ ਅਸੀਂ ਤਦ ਤੱਕ ਡਾਊਟਸ ਕਲੀਅਰ ਕਰ ਲੈਂਦੇ ਆ ਕੱਲ ਜਿਹੜੇ ਬੱਚਿਆਂ ਨੇ ਲਿਖ ਕੇ ਭੇਜਿਆ ਸੀ ਉਹਨਾਂ ਦੇ ਵਿੱਚ ਜਿਹੜੀ ਬੇਸਿਕ ਮਿਸਟੇਕਸ ਹੋ ਰਹੀਆਂ ਸੀ ਉਸ ਦੀ ਡਿਸਕਸ਼ਨ ਕਰ ਲੈਂਦੇ ਆਪਾਂ ਇੱਕ ਤਾਂ ਜਦੋਂ ਵੀ ਅਸੀਂ ਲਿਖਣਾ ਹੈ ਤਾਂ ਹਮੇਸ਼ਾ 3 ਲਾਈਨਸ ਲਗਾ ਕੇ ਲਿਖਣਾ ਹੈ ਪਹਿਲੀ ਦੂਸਰੀ ਤੇ ਤੀਸਰੀ ਜਦੋਂ ਅਸੀਂ ਅਗਲੀ ਲਾਈਨ ਸ਼ੁਰੂ ਕਰਨੀ ਹੈ ਤਾਂ ਫਿਰ ਆ 3 ਦਾ ਅਸੀਂ ਜੋੜਾ ਬਣਾਉਣਾ ਹੈ ਸਭ ਤੋਂ ਇੰਪੋਰਟੈਂਟ ਹੈ ਜੋ ਤੁਸੀਂ ਬਾਣੀ ਲਿਖਣੀ ਹੈ ਤਾਂ ਇਹ ਚੀਜ਼ ਤੁਹਾਡੇ ਕੰਮ ਆਏਗੀ ਸਪੋਜ਼ ਤੁਸੀਂ ਲਿਖਣਾ ਹੈ ਅੰਮ੍ਰਿਤ ਤਾਂ ਤੁਸੀਂ ਇੱਥੇ ਲਿਖਣਾ ਹੈ ਥੱਲੇ ਆ ਗਈ ਤੁਹਾਡੀ ਤੀਰਮੁਖੀ ਉੱਪਰ ਆ ਗਈਆਂ ਮਾਤਰਾਵਾਂ ਜੋ ਤੁਸੀਂ ਅਗਲਾ ਅੱਖਰ ਸਟਾਰਟ ਕਰਨਾ ਤੁਸੀਂ ਇੱਥੋਂ ਸਟਾਰਟ ਕਰਨਾ ਜਿਹੜੇ ਬੱਚਿਆਂ ਨੇ ਕੱਲ ਲਿਖ ਕੇ ਭੇਜਿਆ ਇਸ ਵਿੱਚ ਬੇਸਿਕ ਮਿਸਟੇਕ ਇਹ ਹੋਈ ਸੀ ਕਿ ਆਪਾਂ ਇੱਥੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਇਹ ਵਿੱਚ ਵਾਲੀ ਸਪੇਸ ਛੱਡੀ ਨਹੀਂ ਸੀ ਜਿਸ ਕਰਕੇ ਸਾਰੇ ਅੱਖਰ ਆਪਸ ਚ ਰਲ ਗਏ ਸਨ ਜਿਨ੍ਹਾਂ ਨੇ ਕੱਲ ਲਿਖਤ ਭੇਜੀ ਸੀ ਉਹਨਾਂ ਨੇ ਲਿਖਿਆ ਹੋਇਆ ਸੀ ਇੱਥੋਂ ਸਟਾਰਟ ਕਰਕੇ ਤਾਂ ਇਸ ਦੇ ਨਾਲ ਥੱਲੇ ਵਾਲੇ ਅੱਖਰ 'ਚ ਵੀ ਕੱਟ ਹੁੰਦਾ ਉੱਪਰ ਵਾਲੇ ਅੱਖਰ 'ਚ ਵੀ ਕੱਟ ਹੁੰਦਾ ਅਸੀਂ ਇਸ ਕਰਕੇ ਇੱਥੋਂ ਨਹੀਂ ਲਿਖਣਾ ਸਟਾਰਟ ਕਰਨਾ ਅਸੀਂ ਜਦੋਂ ਵੀ ਸਟਾਰਟ ਕਰਨਾ ਹੈ ਇਹ 3 ਲਾਈਨਾਂ ਦਾ ਜੋੜਾ ਬਣਾਉਣਾ ਹੈ ਇੱਥੇ ਲਾਈਨ ਆਏਗੀ ਮਤਲਬ ਅੱਖਰ ਆਣਗੇ ਇਸ ਉੱਪਰ ਮਾਤਰਾਵਾਂ ਆਣਗੀਆਂ ਤੇ ਇੱਥੇ ਤੀਰਮੁਖੀ ਜਾਂ ਤੁਸੀਂ ਜਿਹੜਾ ਵੀ ਫੌਂਟ ਯੂਜ਼ ਕੀਤਾ ਉਹ ਆਏਗਾ
ਇਹ ਕੱਲ ਸਾਡੇ ਸਾਰਿਆਂ ਕੋਲ ਗਲਤੀ ਹੋ ਰਹੀ ਸੀ ਕਿ ਜਿਹੜੇ ਲਿਖ ਕੇ ਭੇਜਦੇ ਸੀ ਉਹਨਾਂ ਨੇ ਬੇਸਿਕ ਸਟਰਕਚਰਸ ਤੇ ਸਾਰੇ ਫੋਲੋ ਕੀਤੇ ਹੋਏ ਸੀ ਤੁਸੀਂ, ਪਰ ਇਸ ਚੀਜ਼ ਦੀ ਮਿਸਟੇਕ ਹੋ ਰਹੀ ਸੀ ਕਿ ਸਾਰੇ ਅੱਖਰ ਆਪਸ ਦੇ ਵਿੱਚ ਮਿਕਸ ਹੋ ਰਹੇ ਸਨ। ਸੈਕੰਡ ਜਿਹੜੀ ਅਸੀਂ ਗਲਤੀ ਕਰ ਰਹੇ ਸਾਂ, ਜਿੱਦਾਂ ਕਿ ਇੱਥੇ ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ, ਤਾਂ ਵਿੱਚ ਦੇਖੋ ਬਹੁਤ ਥੋੜੀ ਥੋੜੀ ਸਪੇਸ ਛੱਡੀ ਹੋਈ ਹੈ, ਆਲਮੋਸਟ ਫੁੱਲ ਸਪੇਸ ਛੱਡੀ ਹੋਈ ਹੈ, ਬਿਲਕੁਲ ਵੀ ਮਤਲਬ ਜਿੰਨੀ ਅਸੀਂ ਇੱਥੇ ਸਪੇਸ ਛੱਡੀ ਹੈ ਉਸ ਤੋਂ ਅਸੀਂ ਉਹਦਾ ਬਿਲਕੁਲ 1% ਹਿੱਸਾ ਇੱਥੇ ਛੱਡਿਆ ਹੋਇਆ ਹੈ। ਪਰ ਜਦੋਂ ਆਪ ਸਭ ਲਿਖ ਰਹੇ ਸੀ ਤਾਂ ਤੁਸੀਂ ਬਹੁਤ ਖੁੱਲਾ ਖੁੱਲਾ ਕਰਕੇ ਲਿਖ ਰਹੇ ਸੀ, ਜਿਵੇਂ ਇਸ ਤਰ੍ਹਾਂ ਇੱਥੇ ਮੰਮਾ ਇੱਥੇ ਤੇ ਤੱਤਾ ਇੱਥੇ। ਇਹ ਚੀਜ਼ ਕੱਲ ਵੀ ਡਿਸਕਸ ਹੋਈ ਸੀ ਕਿ ਜਦੋਂ ਲਿਖਣਾ ਤਾਂ ਇੰਨਾ ਖੁੱਲਾ ਖੁੱਲਾ ਨਹੀਂ ਲਿਖਣਾ, ਆਪਸ ਵਿੱਚ ਸਪੇਸ ਜ਼ਰੂਰ ਹੋਣੀ ਚਾਹੀਦੀ ਹੈ ਪਰ ਬਹੁਤ ਮਾਈਨਰ ਜੀ, ਜਿੰਨੀ ਕਿ ਅਸੀਂ ਪੰਜਾਬੀ ਲਿਖਣ ਸਮੇਂ ਜਾਂ ਹਿੰਦੀ ਲਿਖਣ ਸਮੇਂ ਜਾਂ ਇੰਗਲਿਸ਼ ਲਿਖਣ ਸਮੇਂ ਜਿੰਨੀ ਕਿ ਅਸੀਂ ਸਪੇਸ ਛੱਡਦੇ ਹਾਂ ਬਸ ਉਨੀ ਕੁ ਹੋਣੀ ਚਾਹੀਦੀ ਹੈ, ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਸਾਨੂੰ ਅੱਖਰਾਂ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਨੈਕਸਟ ਵਰਡ ਸ਼ੁਰੂ ਹੋਏਗਾ ਉਸ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ, ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ। ਹਾਂਜੀ ਆਈ ਹੋਪ ਕਿ ਸਾਰਿਆਂ ਨੇ ਜੁਆਇਨ ਕਰ ਲਿਆ। ਕੱਲ ਦਾ ਇੱਕ ਹੋਮਵਰਕ ਦਿੱਤਾ ਸੀ, ਕੋਈ ਦੱਸ ਸਕਦਾ ਕੀ ਹੋਮਵਰਕ ਸੀਗਾ? ਹਾਂਜੀ ਕੋਈ ਦੱਸ ਸਕਦਾ ਕਿ ਕੀ ਹੋਮਵਰਕ ਮਿਲਿਆ ਸੀ? ਹਾਂਜੀ ਸਿੱਧਕ ਕੌਰ ਨੇ ਦੱਸਿਆ, ਬਿਲਕੁਲ ਠੀਕ ਦੱਸਿਆ। ਅਸੀਂ ਕਿਹਾ ਸੀ ਕਿ ਲਿਫਕੇ ਦਾ ਮਤਲਬ ਕੀ ਹੈ? ਕਿਹੜੇ ਕਿਹੜੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਲਿਫਕੇ ਦਾ ਮਤਲਬ ਕੀ ਹੁੰਦਾ ਹੈ? ਵਾਹਿਗੁਰੂ ਜੀ, ਲਿਫਕੇ ਦਾ ਮਤਲਬ ਹੈਗਾ ਹੈ ਕਿ ਯੁੱਧ ਕੇ। ਹਾਂਜੀ ਝੁੱਕ ਕੇ, ਲਿਫਕੇ ਦਾ ਮਤਲਬ ਹੁੰਦਾ ਹੈ ਝੁੱਕ ਕੇ। ਪਰ ਜਦੋਂ ਅਸੀਂ ਲਾਈਨ ਕੰਪਲੀਟ ਕਰਾਂਗੇ ਤੁਹਾਨੂੰ ਪਤਾ ਲੱਗੇਗਾ ਕਿ ਇੱਥੇ ਕਿਉਂ ਯੂਜ਼ ਕੀਤਾ ਗਿਆ। ਤਾਂ ਇਸਦਾ ਸਿਰਫ ਇੱਕ ਅੱਖਰ ਰਹਿ ਗਿਆ ਸੀ। ਵਾਹਿਗੁਰੂ ਜੀ, ਹਾਂਜੀ ਪਲੀਜ਼ ਅੱਗੇ ਵੱਧ ਸਕਦੇ ਹੋ? ਹਾਂਜੀ ਹਾਂਜੀ, ਲਿਫਕੇ ਯੋਧੇ ਦੇ ਚਰਨ ਛੂਹਣ ਦੇ। ਸਾਡਾ ਪੈਰਾਗ੍ਰਾਫ ਇੱਥੇ ਕੰਪਲੀਟ ਹੁੰਦਾ ਹੈ। ਇੱਥੇ ਤੱਕ ਸਾਰੇ ਲਿਖ ਲਓ ਤੇ ਅਗਰ ਇਸ ਵਿੱਚ ਕੋਈ ਡਾਊਟ ਹੈ ਤਾਂ ਆਪ ਜੀ ਪੁੱਛ ਸਕਦੇ ਹੋ, ਜੇ ਲਿਖ ਲਿਆ ਤਾਂ ਹੈਂਡ ਰੇਜ਼ ਕਰ ਦਿਓ, ਫਿਰ ਅਸੀਂ ਅੱਗੇ ਚੱਲਦੇ ਹਾਂ। ਸਾਡੇ ਨਾਲ ਕਾਫੀ ਸੰਗਤ ਜੁੜੀ ਹੈ, ਸਿਰਫ 3-4 ਜਣਿਆਂ ਨੇ ਕਿਹਾ ਕਿ ਉਹਨਾਂ ਨੇ ਤੱਕ ਲਿਖ ਲਿਆ, ਬਾਕੀ ਸਾਰੇ ਵੀ ਦੱਸੋ ਅਗਰ ਲਿਖ ਲਿਆ ਫਿਰ ਅਸੀਂ ਅੱਗੇ ਚੱਲਦੇ ਹਾਂ। ਹਾਂਜੀ ਠੀਕ ਹੈ। ਜਿਵੇਂ ਕਿ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਜਦੋਂ ਸਾਡਾ ਲਾਸਟ ਡੇ ਹੋਏਗਾ ਉਦੋਂ ਅਸੀਂ ਤੁਹਾਨੂੰ ਸਾਰੀ ਕਲਮਾਂ ਤੇ ਸ਼ਿਆਈਆਂ ਜਿਹੜੀ ਯੂਜ਼ ਕਰਦੇ ਹਾਂ, ਜਿਹੜਾ ਗੁਰੂ ਅਰਜਨ ਪਾਤਸ਼ਾਹ ਵਾਲਾ ਕਾਗਜ਼ ਹੈ, ਉਹ ਸਭ ਚੀਜ਼ਾਂ ਦਿਖਾਵਾਂਗੇ।
ਤੇ ਹੁਣ ਅਸੀਂ ਉਹ ਚੀਜ਼ਾਂ ਤੁਹਾਨੂੰ ਮੈਂ ਦਿਖਾਵਾਂਗੀ ਤੇ ਐਕਸਪਲੇਨ ਕਰਾਂਗੀ। ਹਾਂਜੀ। ਇਹ ਬਹੁਤ ਵੱਡਾ ਕਾਗਜ਼ ਹੁੰਦਾ ਹੈ। ਇਹ ਹੈਂਡਮੇਡ ਪੇਪਰ ਹੈ। ਜਿਸ ਤਰ੍ਹਾਂ ਨੋਰਮਲ ਹੈਂਡਮੇਡ ਪੇਪਰ ਹੁੰਦੇ ਉਹ ਵਾਲਾ ਪੇਪਰ ਨਹੀਂ ਹੈ। ਇਹ ਰਾਜਸਥਾਨ ਤੋਂ ਮੰਗਾਇਆ ਗਿਆ ਪੇਪਰ ਹੈ। ਗੁਰੂ ਸਾਹਿਬ ਜਦੋਂ ਬਾਣੀ ਲਿਖਦੇ ਸਨ, ਗੁਰੂ ਅਰਜਨ ਪਾਤਸ਼ਾਹ ਜਿਸ ਘਰਾਣੇ ਤੋਂ ਕਾਗਜ਼ ਲੈਂਦੇ ਸਨ, ਉਸੀ ਘਰਾਣੇ ਤੋਂ ਮੰਗਵਾਇਆ ਗਿਆ ਰਾਜਸਥਾਨ ਤੋਂ। ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਪਾਰਟੀਕਲਸ ਦਿਖ ਰਹੇ ਹੋਣਗੇ ਤੁਹਾਨੂੰ। ਇਸ ਤੋਂ ਇਹ ਪਤਾ ਲੱਗਦਾ ਕਿ ਇਹ ਹੈਂਡਮੇਡ ਪੇਪਰ ਹੈ। ਉਸ ਤੋਂ ਬਾਅਦ ਅਸੀਂ ਇਸ ਤੇ ਬਾਣੀ ਲਿਖਣੀ ਸਟਾਰਟ ਕੀਤੀ ਸੀ, ਆਨੰਦ ਸਾਹਿਬ। ਇਹ ਜਿਹੜੀ ਕਲਮ ਯੂਜ਼ ਕੀਤੀ ਹੈ ਉਹ ਵੀ ਖੁਦ ਹੀ ਬਣਾਈ ਸੀ ਤੇ ਸ਼ਾਈ ਵੀ ਖੁਦ ਬਣਾਈ ਸੀ। ਕੋਈ ਦੱਸ ਸਕਦਾ ਕਿ ਕਾਲੀ ਸ਼ਾਈ ਕਿਸ ਚੀਜ਼ ਦੀ ਬਣੀ ਹੋ ਸਕਦੀ ਹੈ? ਅਸੀਂ ਕਿਸ ਚੀਜ਼ ਦੀ ਕਾਲੀ ਸ਼ਾਈ ਬਣਾ ਸਕਦੇ ਹਾਂ? ਐਨੀਵਨ? ਕੋਈ ਵੀ ਅਗਰ ਦੱਸ ਸਕਦਾ ਤਾਂ ਪਲੀਜ਼ ਅੱਗੇ ਆ ਕੇ ਦੱਸਣਾ ਕਿ ਕਾਲੀ ਸ਼ਾਈ ਅਸੀਂ ਕਿਸ ਚੀਜ਼ ਨਾਲ ਬਣਾ ਸਕਦੇ ਹਾਂ? ਕਿਸੇ ਨੇ ਕਿਹਾ ਮੋਮ ਨਾਲ। ਹਰਸੀਸ ਕੌਰ ਨੇ ਕਿਹਾ ਮੋਮ ਨਾਲ ਨਹੀਂ, ਇਸ ਵਿੱਚ ਮੋਮ ਨਹੀਂ ਯੂਜ਼ ਕੀਤਾ ਗਿਆ। ਕੋਈ ਹੋਰ? ਇਹ ਜਿਹੜੀ ਸ਼ਾਈ ਹੈ ਇਸ ਵਿੱਚ ਅਸੀਂ ਯੂਜ਼ ਕੀਤੇ ਆ ਅਨਾਰ ਦੇ ਛਿਲਕੇ। ਜਿਹੜਾ ਬੈਕਗਰਾਉਂਡ ਹੈ ਤੁਸੀਂ ਦੇਖੋ, ਪੇਪਰ ਬਿਲਕੁਲ ਪਹਿਲਾਂ ਕਰੀਮ ਜੇ ਕਲਰ ਦਾ ਹੈ। ਉਸ ਤੋਂ ਬਾਅਦ ਅਸੀਂ ਸਿੰਦੂਰ ਦੇ ਨਾਲ ਇਸ ਤੇ ਕਲਰਿੰਗ ਕੀਤੀ ਸੀ। ਸਿੰਦੂਰ ਦੇ ਵਿੱਚ ਕੁਝ ਜੜੀ ਬੂਟੀਆਂ ਮਿਲਾ ਕੇ ਅਸੀਂ ਇਸਦੇ ਬੈਕਗਰਾਉਂਡ ਤੇ ਕਲਰ ਕੀਤਾ ਤਾਂ ਕਿ ਇਹ ਪੱਕਾ ਹੋ ਜਾਏ। ਉਸ ਤੋਂ ਬਾਅਦ ਅਸੀਂ ਅਨਾਰ ਦੇ ਛਿਲਕੇ ਦੀ ਇਹ ਸ਼ਾਈ ਬਣਾਈ ਸੀ। ਅਨਾਰ ਦੇ ਛਿਲਕੇ ਨੂੰ ਉਬਾਲ ਕੇ ਉਸ ਵਿੱਚ ਗੂੰਦ ਪਾ ਕੇ, ਉਸ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਗ੍ਰੇਫਾਈਟ ਨਾਮ ਦਾ ਪੱਥਰ ਮਿਲਦਾ ਹੈ ਤੇ ਦੀਵੇ ਦਾ ਫੁੱਲ, ਦੀਵੇ ਦੇ ਫੁੱਲ ਦੀ ਕਾਲਖ ਬਣਾਈ ਸੀ। ਹੁਣ ਇਸ ਦੇ ਡਿਟੇਲ ਤੁਹਾਨੂੰ ਤਦ ਹੀ ਪਤਾ ਲੱਗ ਸਕਦੀ ਜਦੋਂ ਤੁਹਾਨੂੰ ਪਤਾ ਹੋਏ ਕਿ ਦੀਵੇ ਦਾ ਫੁੱਲ ਕਿਸ ਤਰ੍ਹਾਂ ਬਣਾਈਦਾ। ਦੀਵੇ ਦਾ ਫੁੱਲ ਬਣਾਈਦਾ ਜਦੋਂ ਅਸੀਂ ਦੀਵਾ ਬਾਲਦੇ ਹਾਂ, ਉਸਦੀ ਕਾਲਖ ਇਕੱਠੀ ਕਰਕੇ ਉਹਨੂੰ ਅਸੀਂ ਇਸ ਸ਼ਾਈ ਦੇ ਵਿੱਚ ਮਿਕਸ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਸ਼ਾਈ ਬਣਾਈ। ਜਿਹੜੀ ਗੁਰੂ ਸਾਹਿਬ ਨੇ ਸ਼ਾਈ ਬਣਾਈ ਹੈ ਉਸਦਾ ਇੱਕ ਪ੍ਰੋਪਰ ਪ੍ਰੋਸੀਜਰ ਹੈ। ਉਸਦੇ ਵਿੱਚ ਸੋਨਾ ਵੀ ਪੈਂਦਾ, ਥੋੜਾ ਜਿਹਾ ਹਲਕੀ ਜਿਹੀ ਚਾਂਦੀ ਵੀ ਪੈਂਦੀ ਹੈ ਤੇ ਉਹਨੂੰ ਬਣਾਉਣ ਦੇ ਵਿੱਚ 30 ਦਿਨ ਲੱਗਦੇ ਆ। ਉਹਨੂੰ ਨਿੰਮ ਦੇ ਭਾਂਡੇ ਤੇ ਘੋਟੇ ਦੇ ਨਾਲ ਘੋਟਣਾ ਪੈਂਦਾ ਚੰਗੇ ਤਰੀਕੇ ਦੇ ਨਾਲ ਤੇ ਫਿਰ ਉਹ ਸ਼ਾਈ ਤਿਆਰ ਹੁੰਦੀ ਹੈ। ਅਸੀਂ ਇਹ ਸ਼ਾਈ ਨਾਰਮਲ ਤਰੀਕੇ ਨਾਲ ਬਣਾਈ ਸੀ, ਸੋਨਾ ਚਾਂਦੀ ਪਾ ਕੇ ਨਹੀਂ ਬਣਾਈ ਸੀ, ਕਿਉਂਕਿ ਇੱਕ ਆਪਣੇ ਵਾਸਤੇ ਬਾਣੀ ਲਿਖਣੀ ਸੀ ਤੇ ਇਸ ਕਰਕੇ ਨਾਰਮਲ ਸ਼ਾਈ ਹੀ ਘਰ ਬਣਾਈ ਸੀ ਪ੍ਰੈਕਟਿਸ ਕਰਨ ਵਾਸਤੇ। ਇਹ ਪੋਥੀ ਸਾਹਿਬ ਤਿਆਰ ਕੀਤੀ ਸੀ। ਇਹਨੂੰ ਜਿਸ ਕਲਮ ਨਾਲ ਲਿਖਿਆ ਸੀ ਉਹ ਕਲਮ ਵੀ ਹੈ, ਉਹ ਵੀ ਆਪ ਜੀ ਨੂੰ ਦਿਖਾਉਂਦੇ ਆ। ਤੇ ਇਹ ਸਾਰੀ ਸ਼ਾਈ ਘਰ ਦੀ ਬਣਾਈ ਹੋਈ ਸ਼ਾਈ ਹੈ ਤੇ ਪਿੱਛੇ ਸਿੰਦੂਰ ਦੀ ਇੰਕ ਬਣਾ ਕੇ ਫਿਰ ਅਸੀਂ ਇਸ ਦਾ ਪਿੱਛੇ ਬੈਕਗਰਾਉਂਡ ਕਲਰ ਕੀਤਾ ਸੀ। ਇਸ ਦੇ ਵਿੱਚ ਜਿਹੜੀ ਕਲਮ ਯੂਜ਼ ਕੀਤੀ ਗਈ ਹੈ ਉਹ ਇਸ ਤਰ੍ਹਾਂ ਦੀ ਹੀ ਕਲਮ ਸੀ। ਹੁਣ ਉਹੀ ਵਾਲੀ ਸੇਮ ਕਲਮ ਤਾਂ ਨਹੀਂ ਹੈਗੀ ਇਸ ਟਾਈਮ, ਲੇਕਿਨ ਇਸ ਨੂੰ ਚੰਗੀ ਤਰ੍ਹਾਂ ਸ਼ਾਰਪ ਕੀਤਾ ਸੀ ਅਸੀਂ ਕਟਰ ਦੇ ਨਾਲ ਤੇ ਹੋਰ ਜਿਹੜੇ ਇੰਸਟਰੂਮੈਂਟਸ ਯੂਜ਼ ਹੁੰਦੇ ਉਸ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਸ਼ਾਰਪ ਕੀਤਾ ਸੀ। ਉਸ ਤੋਂ ਬਾਅਦ ਰੇਗਮਾਰ ਦੇ ਉੱਪਰ ਇਹਨੂੰ ਹਲਕਾ ਜਿਹਾ ਘਸਿਆ ਸੀ, ਜਿਸ ਨਾਲ ਅੱਗੋਂ ਇਹਦਾ ਖੁਰਦਰਾਪਨ ਚਲਾ ਗਿਆ ਸੀ ਤੇ ਸਾਡੀ ਕਲਮ ਤਿਆਰ ਹੋ ਗਈ ਸੀ। ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੀ ਹੁੰਦੀ ਹੈ ਕਲਮ। ਜਿਹੜੀ ਉਹ ਸ਼ਬਦ ਪਾਠ ਲਿਖਣ ਵਾਸਤੇ ਕਲਮ ਯੂਜ਼ ਕੀਤੀ ਗਈ ਉਹ ਬਿਲਕੁਲ ਪੁਆਇੰਟਡ ਕਲਮ ਯੂਜ਼ ਕੀਤੀ ਗਈ ਹੈ ਤੇ ਆਹ ਹੈਗੀ ਹੈ ਦਵਾਤ। ਕਿਸੇ ਵੀ ਤਰੀਕੇ ਦੀ ਦਵਾਤ ਤੁਸੀਂ ਲੈ ਸਕਦੇ ਹੋ, ਮਿੱਟੀ ਦੀ ਬਣਦੀ ਹੈ। ਤੇ ਫਿਰ ਇਸ ਵਿੱਚ ਤੁਸੀਂ ਸਪੰਜ ਪਾ ਕੇ, ਸਪੰਜ ਨੂੰ ਪਹਿਲਾਂ ਚੰਗੀ ਤਰ੍ਹਾਂ ਪਾਣੀ 'ਚ ਪਾਓ, ਉਹਨੂੰ ਨਿਚੋੜੋ
ਇਸ ਵਿੱਚ ਸਪੰਜ ਪਾ ਕੇ ਉਸ ਤੋਂ ਬਾਅਦ ਉੱਪਰ ਸ਼ਾਈ ਪਾਣੀ ਹੁੰਦੀ ਹੈ, ਉਸ ਤੋਂ ਬਾਅਦ ਕਲਮ ਪਾ ਕੇ ਅਸੀਂ ਉਸ ਨਾਲ ਲਿਖ ਸਕਦੇ ਹਾਂ। ਇਸ ਦੀ ਡਿਟੇਲ ਡਿਸਕਸ਼ਨ ਅਸੀਂ ਕਰ ਸਕਦੇ ਹਾਂ ਜੇ ਸਾਡੇ ਕੋਲ ਕਲਮ, ਇੰਕ ਇਹ ਸਭ ਚੀਜ਼ਾਂ ਘਰੇ ਪਈਆਂ ਹੋਣ, ਫਿਰ ਅਸੀਂ ਸਿੱਖ ਵੀ ਸਕਦੇ ਹਾਂ। ਇੰਟਰਨੈਟ ਤੇ ਵੀ ਕਾਫੀ ਕੁਝ ਅਵੇਲੇਬਲ ਹੈ। ਸਾਡੇ ਕੋਲ ਬੱਚਿਆਂ ਕੋਲ ਕੋਈ ਕਲਮਾਂ ਸੀਗੀਆਂ ਨਹੀਂ, ਇਸ ਕਰਕੇ ਅਸੀਂ ਇਸ ਨਾਲ ਲਿਖਿਆ ਨਹੀਂ ਤਾਂ ਆਪ ਜੀ ਨੂੰ ਦਿਖਾ ਦਿੰਦੀ ਹਾਂ ਕਿ ਕਲਮ ਨਾਲ ਕਿਸ ਤਰ੍ਹਾਂ ਲਿਖਦੇ ਹਨ। ਇਹ ਮੂਲ ਮੰਤਰ ਹੈ, ਇਹ ਕਲਮ ਨਾਲ ਲਿਖਿਆ ਹੋਇਆ। ਇਹ ਸ਼ਾਈ ਜਿਹੜੀ ਹੈ ਘਰ ਬਣਾਈ ਹੋਈ ਨਹੀਂ ਹੈ, ਬਟ ਅਸੀਂ ਇਹ ਸ਼ਾਈ ਘਰ ਵੀ ਬਣਾ ਸਕਦੇ ਹਾਂ। ਘਰ ਅਸੀਂ ਕਿਸੇ ਵੀ ਤਰੀਕੇ ਦੀ ਸ਼ਾਈ ਬਣਾ ਸਕਦੇ ਹਾਂ। ਤੁਸੀਂ ਦੇਖੋ ਇਸ ਵਿੱਚ 3 ਲਾਈਨਸ ਵਾਲਾ ਫਾਰਮੂਲਾ ਨਹੀਂ ਯੂਜ਼ ਕੀਤਾ ਗਾ ਕਿਉਂਕਿ ਇਸ ਵਿੱਚ ਅੱਖਰ ਛੋਟੇ ਲਿਖਨੇ ਸਨ। ਵੈਸੇ ਤੁਸੀਂ ਜਦੋਂ ਵੀ ਲਿਖਣਾ ਹੈ ਤੁਸੀਂ 3 ਲਾਈਨਸ ਵਾਲਾ ਫਾਰਮੂਲਾ ਯੂਜ਼ ਕਰਨਾ, ਜਿਹੜਾ ਅਸੀਂ ਸਟਾਰਟਿੰਗ 'ਚ ਦੱਸਿਆ। ਅੱਖਰ ਵਾਸਤੇ ਸੈਂਟਰ ਵਾਲੀ ਲਾਈਨ, ਉੱਪਰ ਵਾਸਤੇ ਮਾਤਰਾਵਾਂ, ਥੱਲੇ ਵਾਸਤੇ ਤੀਰਮੁਖੀ। ਉਸ ਤਰ੍ਹਾਂ ਕਰਕੇ ਫਿਰ ਤੁਸੀਂ ਲਿਖ ਸਕਦੇ ਹੋ। ਇੱਕ ਓਂਕਾਰ ਲਿਖਿਆ, ਇਹ ਅਸੀਂ ਦੋ ਤਿੰਨ ਕਲਰਸ ਮਿਕਸ ਕਰਕੇ ਲਿਖਿਆ ਤੇ ਥੱਲੇ ਵਾਲਾ ਅਸੀਂ ਨੋਰਮਲ ਇੱਕੋ ਹੀ ਕਲਰ ਨਾਲ ਲਿਖਿਆ। ਹਾਂਜੀ, ਕਿਸੇ ਨੇ ਸਵਾਲ ਪੁੱਛਿਆ ਕਿ ਪੈਨਸਿਲ ਦੀ ਕਲਮ ਕਿਸ ਤਰ੍ਹਾਂ ਬਣਾਈ ਦੀ ਹੈ। ਪੈਨਸਿਲ ਦੀ ਕਲਮ ਸੇਮ ਉਸੇ ਤਰੀਕੇ ਨਾਲ ਬਣਦੀ ਹੈ ਜਿਸ ਤਰੀਕੇ ਦੇ ਨਾਲ ਬੈਂਬੂ ਦੀ ਕਲਮ ਬਣਦੀ ਹੈ, ਕੋਈ ਫਰਕ ਨਹੀਂ ਹੁੰਦਾ। ਆਪ ਜੀ ਨੂੰ ਇੱਕ ਕਲਮ ਕੱਢ ਕੇ ਦਿਖਾ ਦਿੰਦੇ ਹਾਂ। ਵੈਸੇ ਤਾਂ ਕਲਮ ਬਣਾਉਣ ਵਾਸਤੇ ਬਹੁਤ ਸਾਰੇ ਸੰਦ ਯੂਜ਼ ਹੁੰਦੇ ਆ, ਸੰਦ ਮਤਲਬ ਇੰਸਟਰੂਮੈਂਟਸ, ਬਟ ਅਸੀਂ ਕਿਉਂਕਿ ਨੋਰਮਲ ਕਰਦੇ ਪਿਆ ਤਾਂ ਅਸੀਂ ਇਸਨੂੰ ਬੇਸਿਕ ਕਲਮ ਬਣਾ ਸਕਦੇ ਹਾਂ। ਉਸ ਵਾਸਤੇ ਸਾਨੂੰ ਜ਼ਿਆਦਾ ਘੜਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਤਾਂ ਵੈਸੇ ਟ੍ਰਾਇੰਗੂਲਰ ਹੈ, ਜੋ ਤੁਸੀਂ ਲੈਣੀ ਹੈ ਬੈਂਬੂ ਤੋਂ ਬਿਲਕੁਲ ਗੋਲ ਹੁੰਦੀ ਹੈ। ਮੈਂ ਆਪ ਜੀ ਨੂੰ ਦਿਖਾਉਂਦੀ ਹਾਂ। ਜਿਸ ਤਰ੍ਹਾਂ ਆ ਹੈ ਬਾਂਸ, ਜੋ ਤੁਸੀਂ ਬਾਂਸ ਨੂੰ ਕੱਟਣਾ ਹੈ ਤਾਂ ਤੁਸੀਂ ਕਿਸੇ ਵੀ ਪਾਸਿਓਂ ਇਸ ਤਰ੍ਹਾਂ ਇਹਨੂੰ ਘੜ ਸਕਦੇ ਹੋ ਥੱਲੇ ਵੱਲ ਨੂੰ, ਬਟ ਜਦੋਂ ਪੈਨਸਿਲ ਨਾਲ ਘੜਨਾ ਹੈ ਤਾਂ ਤੁਸੀਂ ਧਿਆਨ ਰੱਖਣਾ ਹੈ ਕਿ ਤਿੱਖੇ ਪਾਸਿਓਂ, ਜਿਸ ਪਾਸਿਓਂ ਤਿੱਖਾ ਹੈ ਉਸ ਪਾਸਿਓਂ ਘੜਨਾ ਸ਼ੁਰੂ ਕਰਨਾ ਹੈ। ਕੋਈ ਵੀ ਕਟਰ ਲੈ ਸਕਦੇ ਹੋ, ਥੋੜਾ ਮਜ਼ਬੂਤ ਹੋਣਾ ਚਾਹੀਦਾ ਹੈ। ਇੰਨਾ ਕੁ ਖੋਲ ਕੇ ਇੱਥੇ ਆਪਣਾ ਹੱਥ ਰੱਖ ਕੇ ਜ਼ੋਰ ਦੇਣਾ ਥੱਲੇ ਵੱਲ ਨੂੰ, ਇਸ ਤਰ੍ਹਾਂ ਘੜੀ ਜਾਏਗੀ ਤੁਹਾਡੀ ਕਲਮ। ਕਾਫੀ ਵਾਰ ਕਈ ਬੱਚਿਆਂ ਨੇ ਪੁੱਛਿਆ ਸੀ ਕਲਮ ਕਿਸ ਤਰ੍ਹਾਂ ਕਰਨੀ ਹੈ, ਇਸ ਕਰਕੇ ਅਸੀਂ ਸਿੱਖ ਲੈਂਦੇ ਹਾਂ। ਇਹ ਬੇਸਿਕ ਕਲਮ ਹੈ। ਕਲਮ ਅਸੀਂ ਹੋਰ ਬਹੁਤ ਤਰੀਕੇ ਨਾਲ ਬਣਾ ਸਕਦੇ ਹਾਂ, ਪਰ ਇਹ ਬੇਸਿਕ ਹੈ ਕਿ ਅਗਰ ਤੁਸੀਂ ਜਿੱਦਾਂ ਹੁਣੇ ਹੀ ਲਿਖਣਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਸਟਾਰਟ ਕਰ ਸਕਦੇ ਹੋ। ਹੁਣ ਅੱਗੋਂ ਸਹੀ ਕਰਨ ਦੇ ਲਈ ਅਸੀਂ ਇਹਨੂੰ ਕੱਟਾਂਗੇ। ਨੋਰਮਲ ਅਸੀਂ ਇਹਨੂੰ ਇਸ ਤਰ੍ਹਾਂ ਸਿੰਪਲੀ ਕੱਟ ਦਾਂਗੇ। ਵੈਸੇ ਕਲਮ 3 ਸਟੈਪਸ ਤਿਆਰ ਹੁੰਦੀ ਹੈ, ਬਟ ਅਗਰ ਤੁਸੀਂ ਬੇਸਿਕ ਕਲਮ ਬਣਾਉਣੀ ਹੋਏ ਤਾਂ ਇੱਕੋ ਸਟੈਪ 'ਚ ਵੀ ਬਣ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਹੁਣ ਇਹਦਾ ਉੱਪਰ ਵਾਲਾ ਪਾਸਾ ਥੋੜਾ ਮੋਟਾ ਹੈ। ਸਾਰਿਆਂ ਨੂੰ ਵਿਜ਼ੀਬਲ ਹੈ? ਪਲੀਜ਼ ਆਪ ਜੀ ਦੱਸੋ ਸਾਰਿਆਂ ਨੂੰ ਵਿਜ਼ੀਬਲ ਹੈ? ਇਹ ਉੱਪਰ ਦੀ ਨੋਕ ਸਾਰਿਆਂ ਨੂੰ ਵਿਜ਼ੀਬਲ ਹੈ ਤਾਂ ਤੁਸੀਂ ਹੈਂਡ ਰੇਜ਼ ਕਰ ਦਿਓ। ਹਾਂਜੀ, ਉਸ ਤੋਂ ਬਾਅਦ ਇਹ ਧਿਆਨ ਰੱਖਣਾ ਹੈ ਕਿ ਇਹਨੂੰ ਸਿੱਧੇ ਵਾਲੇ ਪਾਸੇ ਅੱਗੇ ਰੱਖਣਾ ਹੈ। ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਉੱਪਰੋਂ ਦੀ ਕੱਟ ਦੇ ਦੇਣਾ, ਤਾਂ ਕਿ ਉੱਪਰੋਂ ਪਤਲਾ ਹੋ ਜਾਏ, ਤਿੱਖਾ ਨਾ ਰਵੇ। ਹੁਣ ਜਦੋਂ ਅਸੀਂ ਇਹਨੂੰ ਇਸ ਤਰ੍ਹਾਂ ਕੱਟਦੇ ਹਾਂ, ਤੁਸੀਂ ਦੇਖੋ ਇਹਦਾ ਗ੍ਰੇਫਾਈਟ ਪਿੱਛੇ ਰਹਿ ਗਿਆ ਤੇ ਬਾਕੀ ਵਾਲੀ ਉੱਪਰ ਵਾਲੇ ਪਾਸੇ ਆ ਗਈ ਹੈ ਕਲਮ। ਹੁਣ ਦੇਖੋ ਹਜੇ ਵੀ ਉੱਪਰੋਂ ਥੋੜਾ ਉੱਪਰ ਥੱਲੇ ਹੋਇਆ ਪਿਆ, ਤਾਂ ਇਹਨੂੰ ਅਸੀਂ ਸਿੰਪਲ ਇਸ ਤਰ੍ਹਾਂ ਵੀ ਕੱਟ ਸਕਦੇ ਹਾਂ। ਸਾਡੇ ਕੋਲ ਹੁਣ ਕੋਈ ਇੱਥੇ ਠੋਸ ਚੀਜ਼ ਨਹੀਂ ਹੈਗੀ, ਇਸ ਕਰਕੇ ਅਸੀਂ ਇਹਨੂੰ ਕੱਟਣ ਨਾਲ ਵੀ ਸੀਜ਼ਰ ਨਾਲ ਵੀ ਕੱਟ ਸਕਦੇ ਹਾਂ। ਹੁਣ ਸਾਡੀ ਕਲਮ ਜਿਹੜੀ ਹੈ
ਬੇਸਿਕ ਕਲਮ ਤਿਆਰ ਹੈ। ਅਗਰ ਸਾਡੇ ਕੋਲ ਰੇਗਮਾਰ ਹੈ ਤਾਂ ਅਸੀਂ ਇਹਨੂੰ ਉਹਦੇ ਉੱਪਰ ਰਗੜ ਕੇ ਥੋੜਾ ਹੋਰ ਫਾਈਨ ਕਰ ਸਕਦੇ ਹਾਂ। ਹਾਂਜੀ, ਕਿਸੇ ਨੇ ਸਵਾਲ ਪੁੱਛਿਆ ਕਿ ਅੱਗੋਂ ਤੋਂ ਅਸੀਂ ਇਹਨੂੰ 45 ਤੇ ਰੱਖਣਾ ਹੈ ਕਿ ਨਹੀਂ ਰੱਖਣਾ। ਅੱਗੋਂ ਤੋਂ ਅਸੀਂ ਇਹਨੂੰ 45 ਤੇ ਨਹੀਂ ਰੱਖਣਾ। ਜਿਹੜੀ ਕਲਮ ਹੈ ਉਹ ਅੱਗੋਂ ਇਸ ਤਰੀਕੇ ਦੀ ਬਣਨੀ ਚਾਹੀਦੀ ਹੈ, ਇਸ ਤਰੀਕੇ ਦੀ। ਜਦੋਂ ਅਸੀਂ ਕਲਮ ਰੱਖਣੀ ਹੈ, ਸਪੋਜ਼ ਤੁਹਾਡੀ ਇਹ 2 ਲਾਈਨਸ ਹੈ, ਤੁਸੀਂ ਕਲਮ ਰੱਖਣੀ 45 ਤੇ ਹੈ, ਕਲਮ ਤੁਸੀਂ ਰੱਖਣੀ 45 ਤੇ ਹੈ, ਪਰ ਕਲਮ ਨੂੰ 45 ਤੇ ਨਹੀਂ ਕੱਟਣਾ। ਇਹ 45 ਡਿਗਰੀ ਹੈ, ਇਸਨੂੰ ਇਸ ਤੇ ਨਹੀਂ ਕੱਟਣਾ। ਕੱਟ ਸਕਦੇ ਹਾਂ, ਉਸ ਤਰੀਕੇ ਦੀ ਵੀ ਕਲਮਾਂ ਮਿਲਦੀਆਂ, ਪਰ ਉਹ ਐਡਵਾਂਸਡ ਹੈ। ਬੇਸਿਕ ਦੇ ਵਿੱਚ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਕੱਟਣਾ। ਤੁਸੀਂ ਅਗਰ ਇਹਨੂੰ ਸਿੱਧਾ ਰੱਖ ਕੇ ਵੀ ਬਣਾਓਗੇ, ਤੁਹਾਡੇ ਅੱਖਰ ਫਿਰ ਵੀ ਉਸੇ ਤਰੀਕੇ ਨਾਲ ਸੋਹਣੇ ਬਣਨਗੇ। ਅਗਰ ਤੁਸੀਂ 45 ਤੇ ਕੱਟ ਦੋਗੇ, ਫਿਰ ਤੁਹਾਨੂੰ ਕਲਮ ਨਾਲ ਪੁੱਠਾ ਲਿਖਣਾ ਪਏਗਾ। ਤੁਸੀਂ ਇਹਨੂੰ ਜਿੰਨਾ ਮਰਜ਼ੀ ਛੋਟਾ ਕਰ ਸਕਦੇ ਹੋ ਸਾਈਡ ਤੋਂ ਕੱਟ ਕੇ। ਸਾਈਡ ਤੋਂ ਕੱਟ ਕੇ ਇਹਨੂੰ ਛੋਟਾ ਕੀਤਾ ਜਾ ਸਕਦਾ ਹੈ। ਅਗਰ ਅਸੀਂ ਇਹਨੂੰ ਜ਼ਿਆਦਾ ਕੱਟ ਦਾਂਗੇ ਤਾਂ ਉੱਪਰ ਵਾਲਾ ਟੁੱਟ ਜਾਏਗਾ। ਤੁਸੀਂ ਹੱਥ ਲਾ ਕੇ ਦੇਖਣਾ ਹੈ ਕਿ ਉੱਪਰ ਵਾਲਾ ਹਾਰਡ ਹੋਣਾ ਚਾਹੀਦਾ ਹੈ, ਇਹ ਟੁੱਟਣਾ ਨਹੀਂ ਚਾਹੀਦਾ। ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਰੇਗਮਾਰ 'ਚ ਰਗੜ ਕੇ ਤੇ ਇਸ ਨਾਲ ਲਿਖਣਾ ਸ਼ੁਰੂ ਕਰ ਸਕਦੇ ਹੋ। ਅਸੀਂ ਇਹਨਾਂ ਲਿਖ ਕੇ ਦੇਖਦੇ ਹਾਂ। ਜਦੋਂ ਵੀ ਕਲਮ ਚੈੱਕ ਕਰਨੀ ਹੈ, ਕਿਉਂਕਿ ਅਸੀਂ ਦੋਨੋਂ ਪਾਸੇ ਚੈੱਕ ਕਰਨੇ, ਇਸ ਕਰਕੇ ਇਹ ਵਾਲਾ ਪੁਆਇੰਟ ਤੇ ਇਹ ਵਾਲਾ ਪੁਆਇੰਟ ਦੋਨੋਂ ਰੱਖਣੇ ਆ ਤੇ ਫਿਰ ਇਸਨੂੰ ਸਟ੍ਰੇਟ ਲੈ ਕੇ ਜਾਣਾ, ਥੱਲੇ ਵੱਲ ਨੂੰ ਲੈ ਕੇ ਜਾਣਾ। ਇਹਦਾ ਮਤਲਬ ਤੁਹਾਡੀ ਕਲਮ ਬਿਲਕੁਲ ਸਹੀ ਚੱਲ ਰਹੀ ਹੈ। ਤੁਸੀਂ ਹੁਣ ਕੋਈ ਅੱਖਰ ਲਿਖ ਕੇ ਵੀ ਟਰਾਈ ਕਰਕੇ ਦੇਖ ਸਕਦੇ ਹੋ, ਜਿਵੇਂ ਅਸੀਂ ਇੱਥੇ ਲਿਖਣਾ ਹੈ ਵਾਹਿਗੁਰੂ। ਇਸ ਤਰੀਕੇ ਦੇ ਨਾਲ ਤੁਸੀਂ ਲਿਖ ਸਕਦੇ ਹੋ। ਹੁਣ ਸਾਡੇ ਕੋਲ ਪੇਜ ਇੱਥੇ ਹੀ ਲੱਗਿਆ ਸੀ, ਇਸ ਕਰਕੇ ਅਸੀਂ ਇੱਥੇ ਲਿਖਤਾ। ਅਸੀਂ ਬੋਰਡ ਤੇ ਨਹੀਂ ਲਿਖ ਸਕਦੇ ਸੀ, ਬਟ ਤੁਸੀਂ ਟਰਾਈ ਜਦੋਂ ਕਰਨਾ ਤੁਸੀਂ ਇਸ ਤਰ੍ਹਾਂ ਹੀ ਦੋਨੋਂ ਪੁਆਇੰਟਸ ਰੱਖ ਕੇ ਫਿਰ ਇਹਨੂੰ ਅੱਗੇ ਪਿੱਛੇ ਇਸ ਤਰ੍ਹਾਂ ਪੁੱਠਾ ਕਰਕੇ ਸਿੱਧਾ ਕਰਕੇ ਟਰਾਈ ਕਰਨਾ। ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਕਲਮ ਜਿਹੜੀ ਹੈ ਉਹ ਬਿਲਕੁਲ ਸਹੀ ਬਣੀ ਹੈ, ਇਸ ਤਰ੍ਹਾਂ ਬਣਨੀ ਚਾਹੀਦੀ ਹੈ। ਅਗਰ ਆਪ ਜੀ ਬਾਹਰੋਂ ਕਲਮਾਂ ਖਰੀਦਣ ਜਾਓਗੇ ਤਾਂ ਤੁਹਾਨੂੰ ਇਸ ਤਰੀਕੇ ਦੀਆਂ ਕਲਮਾਂ ਮਿਲਣਗੀਆਂ ਜੋ ਕਿ ਬਹੁਤ ਮਹਿੰਗੀਆਂ ਹੁੰਦੀਆਂ। ਤੁਸੀਂ ਚਾਹੋ ਤਾਂ ਬਾਹਰੋਂ ਵੀ ਖਰੀਦ ਸਕਦੇ ਹੋ ਕਲਮਾਂ। ਇਸ ਤਰੀਕੇ ਦੇ ਤੁਹਾਨੂੰ ਸੈੱਟ ਮਿਲਦੇ ਹੈ। ਤੁਸੀਂ ਇਸ ਦੇ ਉੱਪਰ ਇਸ ਤਰ੍ਹਾਂ ਦੀਆਂ ਨਿਬਸ ਲਗਾ ਕੇ ਲਿਖਣਾ ਸ਼ੁਰੂ ਕਰ ਸਕਦੇ ਹੋ। ਪਰ ਸਭ ਤੋਂ ਬੈਸਟ ਇਹ ਹੁੰਦਾ ਹੈ ਕਿ ਆਪ ਜੀ ਖੁਦ ਦੀ ਕਲਮ ਬਣਾਓ, ਕਿਉਂਕਿ ਗੁਰੂ ਸਾਹਿਬ ਨੇ ਖੁਦ ਦੀ ਬਣਾਈ ਹੋਈ ਕਲਮ ਯੂਜ਼ ਕੀਤੀ ਸੀ, ਬਾਂਸ ਦੀ ਕਲਮ ਯੂਜ਼ ਕੀਤੀ ਸੀ। ਉਸ ਟਾਈਮ ਹਰ ਗੁਰਸਿੱਖ ਆਪਣੀ ਕਲਮ, ਆਪਣੀ ਸ਼ਾਹੀ ਖੁਦ ਪੇਪਰ ਬਣਾ ਕੇ ਯੂਜ਼ ਕਰਦਾ ਸੀ। ਆਪ ਜੀ ਚਾਹੋ ਤਾਂ ਤੁਸੀਂ ਪੇਪਰ ਬਣਾਉਣਾ ਵੀ ਸਿੱਖ ਸਕਦੇ ਹੋ। ਜਿਹੜਾ ਰਾਜਸਥਾਨ ਪਰਿਵਾਰ ਹੈ, ਆਪ ਜੀ ਮੈਨੂੰ ਮੈਸੇਜ ਕਰਨਾ, ਮੈਂ ਆਪ ਜੀ ਨੂੰ ਸਾਰੀ ਡਿਟੇਲਸ ਉਸ ਤੇ ਭੇਜ ਦੇਵਾਂਗੀ। ਇਹ ਸਾਰੀਆਂ ਨਿਬਸ ਹੈ, ਆਪ ਜੀ ਦੇਖ ਸਕਦੇ ਹੋ, ਇਹ ਸਾਰੀਆਂ ਨਿਬਸ ਯੂਜ਼ ਕੀਤੀਆਂ ਜਾ ਸਕਦੀਆਂ। ਆ ਪੈਨ, ਇਹਨੂੰ ਬੋਲਦੇ ਆ ਪੈਨ ਜਾਂ ਕਲਮ ਹੋਲਡਰ। ਤੇ ਇਹ ਪਿੱਛੇ ਵਾਲੀ ਸਾਡੀ ਛੋਟਾ ਹੋਲਡਰ ਹੈ, ਜਿਹੜੀ ਛੋਟੀ ਨਿਬਸ ਹੈ ਉਸ ਵਾਸਤੇ। ਅੱਗੋਂ ਦੀ ਇਸ ਵਿੱਚ ਜਿਹੜਾ ਹੋਲ ਹੈ, ਇਸ ਦੇ ਵਿੱਚ ਨਿਬਸ ਪੈਂਦੀਆਂ ਹਨ ਕਲਮ ਦੀਆਂ। ਜਿਵੇਂ ਆ ਹੋਲਡਰ ਹੈ, ਇਸ ਵਿੱਚ ਨਿਬਸ ਪੈਂਦੀਆਂ। ਅਸੀਂ ਕੋਈ ਵੀ ਚੱਕ ਸਕਦੇ ਹਾਂ ਨਿਬ, ਜਿਸ ਤਰ੍ਹਾਂ ਕਿ ਆਹ ਵਾਲੀ।
ਇਹਦੇ ਉੱਪਰ ਹਜੇ ਸ਼ਾਈ ਲੱਗੀ ਹੋਈ ਹੈ। ਤੁਸੀਂ ਇਸਨੂੰ ਗਰਮ ਪਾਣੀ ਵਿੱਚ ਪਾ ਕੇ ਇਸਦੀ ਸ਼ਾਈ ਉਤਾਰ ਸਕਦੇ ਹੋ। ਇਸ ਤਰ੍ਹਾਂ ਵਿੱਚ ਪਾਉਣ ਤੇ ਇਸਦਾ ਹੋਲਡਰ ਦੇ ਵਿੱਚ ਨਿਬ ਪੈ ਜਾਂਦੀ ਹੈ ਤੇ ਫਿਰ ਤੁਸੀਂ ਇਸ ਨਾਲ ਲਿਖ ਸਕਦੇ ਹੋ। ਇਸ ਤਰ੍ਹਾਂ ਹੀ ਇਸ ਵਿੱਚ ਬਹੁਤ ਸਾਰੀ ਨਿਬਸ ਯੂਜ਼ ਕੀਤੀਆਂ ਗਈਆਂ ਹਨ। ਇਹ ਅਸੀਂ ਸਾਰੇ ਨਿਬਸ ਘਰੇ ਵੀ ਬਣਾ ਸਕਦੇ ਹਾਂ। ਇਹ ਬਹੁਤ ਜ਼ਿਆਦਾ ਬਰੀਕ ਲਿਖਣ ਵਾਸਤੇ। ਇਸ ਨਾਲ ਇੰਗਲਿਸ਼ ਲੈਟਰਿੰਗ ਵੀ ਹੋ ਸਕਦੀ ਹੈ, ਪੰਜਾਬੀ ਲੈਟਰਿੰਗ ਵੀ ਹੋ ਸਕਦੀ ਹੈ। ਇਸ ਨਾਲ ਇੱਕ ਮੈਗਨੇਟ ਮਿਲਦਾ ਹੈ ਜਿਸ ਨਾਲ ਅਸੀਂ ਇਹ ਸਾਰੀ ਨਿਬਸ ਜਿਹੜੀ ਹੈ ਉਹ ਚੱਕ ਸਕਦੇ ਹਾਂ। ਇਸ ਨੂੰ ਬਹੁਤ ਦਬਾਉਣਾ ਨਹੀਂ ਹੁੰਦਾ, ਤੁਹਾਡੇ ਹੱਥ ਨੂੰ ਪਤਾ ਹੋਣਾ ਚਾਹੀਦਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਨਿਬਸ ਤੇ ਕਿੰਨਾ ਕੁ ਪ੍ਰੈਸ਼ਰ ਪਾਉਣਾ। ਠੀਕ ਹੈ, ਹੁਣ ਅਸੀਂ ਇਸ ਨਾਲ ਵੀ ਲਿਖ ਕੇ ਵੇਖਦੇ ਹਾਂ, ਪਰ ਤੁਸੀਂ ਆਪ ਫਰਕ ਕਰ ਸਕਦੇ ਹੋ ਕਿ ਕਲਮ ਨਾਲ ਜ਼ਿਆਦਾ ਵਧੀਆ ਲਿਖਿਆ ਜਾ ਰਿਹਾ ਹੈ ਕਿ ਇਸ ਪੈਨ ਦੇ ਨਾਲ, ਬਿਕਾਜ਼ ਇਸ ਪੈਨ ਦੇ ਨਾਲ ਉਨੀ ਸੁੰਦਰਤਾ ਨਹੀਂ ਆਉਂਦੀ ਜਿੰਨੀ ਕਲਮ ਦੇ ਨਾਲ ਆਉਂਦੀ ਹੈ। ਇਹ ਅਸੀਂ ਸਟਾਈਲ ਚ ਪਾਇਆ ਵਾ ਤੁਸੀਂ ਚਾਹੋ ਤਾਂ ਜਿਹੜੀ ਤੁਹਾਨੂੰ ਮੁਹਾਰਾ ਦੱਸੀ ਹੈ ਉਸ ਨਾਲ ਵੀ ਲਿਖ ਸਕਦੇ ਹੋ। ਜਦੋਂ ਤੁਸੀਂ ਅਭਿਆਸ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੀ ਕੁ ਸ਼ਿਆਈ ਇੱਕ ਡੋਬੇ ਦੇ ਵਿੱਚ ਸਾਨੂੰ ਚੱਕਣੀ ਚਾਹੀਦੀ ਹੈ। ਇਹ ਅਸੀਂ ਲਿਖਿਆ ਹੈ ਇਸ ਕਲਮ ਦੇ ਨਾਲ ਜਿਹੜੀ ਬਾਹਰੋਂ ਮਿਲੀ ਹੈ, ਪਰ ਜਦੋਂ ਅਸੀਂ ਖੁਦ ਬਣਾਈ ਪੈਨਸਿਲ ਦੀ ਤਾਂ ਅਸੀਂ ਲਿਖਿਆ ਇੱਥੇ। ਹੁਣ ਤੁਸੀਂ ਦੇਖੋ ਇਸ ਦੇ ਦੋਨੋਂ ਪਾਸੇ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੈ, ਜਦਕਿ ਇਹ ਇੱਥੋਂ ਹਲਕਾ ਸਰਕੂਲਰ ਆ ਰਿਹਾ। ਇਸ ਵਿੱਚੋਂ ਹੋ ਸਕਦਾ ਤੁਹਾਡੀ ਸ਼ਾਈ ਵੀ ਆਣੀ ਰਹਿ ਜੇ, ਤੁਹਾਨੂੰ ਦੁਬਾਰਾ ਡੋਬਾ ਪਾਣਾ ਪਏ, ਪਰ ਜਦੋਂ ਅਸੀਂ ਕਲਮ ਨਾਲ ਲਿਖਿਆ ਉਦੋਂ ਸਾਨੂੰ ਇਹ ਸਭ ਦਿੱਕਤ ਨਹੀਂ ਆਉਂਦੀ। ਆਪ ਜੀ ਚਾਹੋ ਤਾਂ ਸਕੈਚਸ ਨਾਲ ਵੀ ਲਿਖ ਸਕਦੇ ਹੋ, ਇਹ ਵੀ ਤੁਹਾਨੂੰ ਸਾਰੇ ਸਕੈਚਸ ਮਿਲ ਜਾਣਗੇ। ਇਹ 10 ਰੁਪੀਜ਼ ਈਚ ਹੁੰਦਾ ਹੈ ਤੇ ਤੁਹਾਨੂੰ ਹਰ ਕਲਰ ਦਾ ਸਕੈਚ ਮਿਲ ਜਾਏਗਾ। ਇਹ ਸਕੈਚ ਨਾਰਮਲ ਸਕੈਚ ਨਹੀਂ ਹੈ, ਇਹ ਕਲਮ ਵਾਲੇ ਸਕੈਚ ਹੈ। ਤੁਸੀਂ ਇਸ ਦੇ ਨਾਲ ਜਿਸ ਤਰ੍ਹਾਂ ਕਲਮ ਨਾਲ ਲਿਖੀਦਾ ਉਸ ਤਰ੍ਹਾਂ ਤੁਸੀਂ ਇਹ ਸਕੈਚਸ ਨਾਲ ਲਿਖ ਸਕਦੇ ਹੋ। ਇਸ ਨੂੰ ਚੀਜ਼ਲ ਮਾਰਕਰ ਬੋਲਦੇ ਹਨ। ਅਸੀਂ ਇਸ ਨਾਲ ਵੀ ਲਿਖ ਕੇ ਦੇਖ ਲੈਂਦੇ ਹਾਂ। ਹੁਣ ਇਹ ਅੱਗੋਂ 45 ਡਿਗਰੀ ਤੇ ਹੈ, ਜਦੋਂ ਅਸੀਂ ਇਸ ਨਾਲ ਲਿਖਣਾ ਹੁੰਦਾ ਹੈ ਤਾਂ ਸਾਨੂੰ 45 ਤੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਅਸੀਂ ਇਸ ਨਾਲ ਨਾਰਮਲ ਲਿਖ ਸਕਦੇ ਹਾਂ।
ਚੀਜ਼ਲ ਮਾਰਕਰ ਬੋਲਦੇ ਹਨ ਇਸਨੂੰ। ਇਹ ਤੁਹਾਨੂੰ 10 ਕਲਰਸ ਦਾ ਪੈਕ ਮਿਲਦਾ ਹੈ। ਤੁਸੀਂ ਇਹ ਵੀ ਲੈ ਸਕਦੇ ਹੋ ਜਿਨ੍ਹਾਂ ਨੂੰ ਸ਼ਾਈ ਨਾਲ ਲਿਖਣ ਦੇ ਵਿੱਚ ਮੁਸ਼ਕਿਲ ਆਉਂਦੀ ਹੈ, ਉਹ ਇਸ ਚੀਜ਼ਲ ਮਾਰਕਰ ਨਾਲ ਵੀ ਲਿਖ ਸਕਦੇ ਹਨ। ਇਸ ਤੋਂ ਇਲਾਵਾ ਇਹ ਕੈਲੀਗ੍ਰਾਫੀ ਪੈਨਸ ਵੀ ਆਉਂਦੇ ਹਨ। ਇਹ ਵੀ 3 ਤਰੀਕੇ ਦੇ ਹੁੰਦੇ ਹਨ, ਤੁਸੀਂ ਇਹਨਾਂ ਨੂੰ ਵੀ ਯੂਜ਼ ਕਰ ਸਕਦੇ ਹੋ। 1 2 3 ਸਾਈਜ਼। 3 ਸਭ ਤੋਂ ਵੱਡਾ ਹੁੰਦਾ ਹੈ ਤੇ 1 ਸਭ ਤੋਂ ਛੋਟਾ ਹੁੰਦਾ ਹੈ। ਇਹ ਵੀ ਅੱਗੋਂ ਕਲਮ ਵਾਂਗ ਹੀ ਘੜਿਆ ਹੋਇਆ ਹੈ। ਇਸ ਨੂੰ ਵੀ 45 ਡਿਗਰੀ ਤੇ ਰੱਖ ਕੇ ਹੀ ਯੂਜ਼ ਕਰਨਾ ਹੈ। ਹਾਂਜੀ, ਤੁਸੀਂ ਇਹ ਦੋਨਾਂ ਚੋਂ ਵੀ ਜਿਹੜੇ ਕੋਈ ਵੀ ਕੈਲੀਗ੍ਰਾਫੀ ਪੈਨ ਯੂਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਸਾਨੂੰ ਕਾਫੀ ਪੈਨਸ ਮਿਲ ਜਾਂਦੇ ਆ, ਬਹੁਤ ਵੈਰਾਈਟੀਜ਼ ਹੈ। ਜਿਸ ਤਰ੍ਹਾਂ ਇਹ ਪਾਰਕਰ ਦਾ ਪੈਨ ਹੈ, ਤੁਹਾਨੂੰ ਇਸ ਦੇ ਨਾਲ 3-4 ਨਿਬਸ ਮਿਲਦੀਆਂ ਇਸ ਤਰੀਕੇ ਦੀਆਂ। ਤੁਸੀਂ ਇਹ ਨਿਬਸ ਵੀ ਯੂਜ਼ ਕਰ ਸਕਦੇ ਹੋ। ਇਹ ਥੋੜਾ ਮਹਿੰਗਾ ਹੁੰਦਾ ਹੈ, ਥੋੜਾ ਸਸਤਾ ਹੁੰਦਾ ਹੈ। ਯੂਜ਼ ਦੋਨਾਂ ਦਾ ਕੰਮ ਦੋਨਾਂ ਦਾ ਇੱਕੋ ਹੀ ਹੈ। ਅੱਗੋਂ ਇਸ ਤਰ੍ਹਾਂ ਦਾ ਹੁੰਦਾ ਹੈ। ਇਸ ਦੇ ਵਿੱਚ ਇੰਕ ਭਰਨ ਲਈ ਵੀ ਹੁੰਦੀ ਹੈ ਇੱਕ ਚੀਜ਼, ਉਸ ਨਾਲ ਅਸੀਂ ਇੰਕ ਭਰ ਸਕਦੇ ਹਾਂ। ਤੁਹਾਨੂੰ ਉਹਦੇ ਟਿਊਟੋਰੀਅਲਸ ਮਿਲ ਜਾਣਗੇ ਇੰਟਰਨੈਟ ਤੇ ਕਿ ਇੰਕ ਕਿਸ ਤਰ੍ਹਾਂ ਭਰਨੀ ਹੈ। ਇਹ ਵੀ ਕੈਲੀਗ੍ਰਾਫੀ ਪੈਨ ਹੈ, ਤੁਸੀਂ ਇਸ ਨਾਲ ਵੀ ਲਿਖ ਸਕਦੇ ਹੋ। ਇਸ ਦੇ ਵਾਸਤੇ ਤੁਹਾਨੂੰ ਕਾਰਟਿਲੇਜ ਲੈਣੀ ਪਏਗੀ ਇਸ ਦੇ ਵਿੱਚ ਇੰਕ ਪਾਉਣ ਦੇ ਲਈ। ਹੁਣ ਇਸ ਵਿੱਚ ਹੈ ਨਹੀਂ। ਕਾਰਟਿਲੇਜ ਮਿਲ ਜਾਂਦੀ ਹੈ ਸਾਨੂੰ 60-70 ਰੁਪਈਸ ਦੀ, ਇਸ ਤਰੀਕੇ ਦੀ। ਇਹਨੂੰ ਅਸੀਂ ਪੈਨ ਵਿੱਚ ਪਾ ਕੇ ਲਿਖਣਾ ਸ਼ੁਰੂ ਕਰ ਸਕਦੇ ਹਾਂ। ਮਤਲਬ ਕਿ ਲਿਖਣ ਲਈ ਇੰਸਟਰੂਮੈਂਟਸ ਤਰੀਕੇ ਤਾਂ ਬਹੁਤ ਸਾਰੇ ਨੇ, ਬਟ ਸਭ ਤੋਂ ਚੀਪ, ਸਭ ਤੋਂ ਬੈਸਟ ਜਿਹੜਾ ਗੁਰੂ ਸਾਹਿਬ ਨੇ ਯੂਜ਼ ਕੀਤਾ ਉਹ ਕਲਮ ਹੈ। ਕਲਮ ਦੇ ਨਾਲ ਤੁਹਾਡਾ ਕੋਈ ਪੈਸੇ ਵੀ ਨਹੀਂ ਲੱਗਣਗੇ। ਤੁਸੀਂ ਘਰੇ ਬੈਠ ਕੇ ਲਿਖ ਵੀ ਸਕਦੇ ਹੋ, ਸ਼ਾਈ ਵੀ ਖੁਦ ਬਣਾ ਸਕਦੇ ਹੋ, ਈਵਨ ਪੇਪਰ ਵੀ ਖੁਦ ਬਣਾ ਸਕਦੇ ਹੋ। ਪੇਪਰ ਬਣਾਉਣ ਦੇ ਵੀ ਕਾਫੀ ਟੈਕਨੀਕਸ ਤੁਹਾਨੂੰ YouTube ਤੇ ਮਿਲ ਜਾਣਗੀਆਂ। ਬਟ ਅਗਰ ਗੁਰੂ ਸਾਹਿਬ ਦਾ ਦੇਖਣਾ ਤਰੀਕਾ, ਤਾਂ ਫਿਰ ਤੁਹਾਨੂੰ ਪਰਿਵਾਰ ਕੋਲ ਜਾ ਕੇ ਹੀ ਸਿੱਖਣਾ ਪਏਗਾ, ਕਿਉਂਕਿ ਉਹ ਪਰਿਵਾਰ ਦਾ ਪੇਸ਼ਾ ਹੀ ਕਾਗਜ਼ ਬਣਾਉਣ ਦਾ ਹੈ। ਤੁਸੀਂ ਉਸ ਪਰਿਵਾਰ ਕੋਲ ਜਾ ਕੇ ਸਿੱਖ ਸਕਦੇ ਹੋ। ਬਟ ਜਿਸਨੇ ਵੈਸੇ ਹੀ ਸ਼ੌਂਕੀਆ ਤੌਰ ਤੇ ਲਿਖਣਾ ਹੈ, ਇੰਨੀ ਡੈਪਥ ਵਿੱਚ ਨਹੀਂ ਜਾਣਾ, ਉਹ ਇਸ ਤਰ੍ਹਾਂ ਦੇ ਕੈਲੀਗ੍ਰਾਫੀ ਪੈਨਸ ਕਾਫੀ ਤਰੀਕੇ ਦੇ ਆ ਜਾਂਦੇ ਆ, ਆਪ ਜੀ ਉਹ ਯੂਜ਼ ਕਰ ਸਕਦੇ ਹੋ। ਹੁਣ ਸਾਡੀ ਕਲਾਸ ਦਾ ਆਖਰੀ ਕਲਾਸ ਦਾ ਟਾਈਮ ਖਤਮ ਹੋਣ ਵਾਲਾ ਹੈ, ਤੇ ਆਪ ਜੀ ਕੋਲ ਕੋਈ ਵੀ ਡਾਊਟ ਹੋਏ ਅੱਖਰਕਾਰੀ ਨਾਲ ਰਿਲੇਟਡ ਤਾਂ ਤੁਸੀਂ ਪੁੱਛ ਸਕਦੇ ਹੋ। ਉਸ ਤੋਂ ਪਹਿਲਾਂ ਆਪ ਜੀ ਨੂੰ ਇੱਕ ਚੀਜ਼ ਹੋਰ ਦਿਖਾਣੀ ਹੈ। ਇਹ ਕੁਝ ਅੱਖਰਕਾਰੀਆਂ ਹੈ ਤੇ ਇਸ ਦੇ ਵਿੱਚ ਤੁਸੀਂ ਮਤਲਬ ਤੁਸੀਂ ਇਸ ਤਰੀਕੇ ਦੇ ਨਾਲ ਕ੍ਰੀਏਟੀਵਿਟੀ ਕਰ ਸਕਦੇ ਹੋ। ਜਿਵੇਂ ਇਹ ਇਸ ਦੇ ਪਿੱਛੇ ਅਸੀਂ ਹਲਦੀ ਦਾ ਬੈਕਗਰਾਉਂਡ ਬਣਾਇਆ। ਹਲਦੀ ਦਾ ਬੈਕਗਰਾਉਂਡ ਬਣਾ ਕੇ ਤੇ ਫਿਰ ਅਸੀਂ ਲਿਖਿਆ। ਇਹ ਸਾਰੀਆਂ ਇੰਕਸ ਬਾਹਰੋਂ ਮਿਲ ਜਾਣਗੀਆਂ, ਬਟ ਇਹ ਨਹੀਂ ਮਿਲੇਗਾ, ਇਹ ਤੁਹਾਨੂੰ ਘਰੇ ਖੁਦ ਹੀ ਬਣਾਉਣਾ ਪਏਗਾ। ਇਹਦੀ ਹਿਸਟਰੀ ਇਹ ਹੈ ਕਿ ਇਹ ਘਰ ਦੀ ਬਣਾਈ ਹੋਈ ਇੰਕ ਹੈ। ਹੁਣ ਤੁਹਾਨੂੰ ਇਹਦਾ ਪ੍ਰੋਸੀਜਰ ਸਭ ਦੱਸ ਸਕਦੀ ਸੀ ਅਗਰ ਸਾਡੇ ਕੋਲ ਸਮਾਂ ਹੁੰਦਾ, ਬਟ ਹਜੇ ਸਾਡੇ ਕੋਲ ਸਮਾਂ ਨਹੀਂ ਹੈ, ਇਸ ਕਰਕੇ ਮਤਲਬ ਇਹ ਘਰ ਦੀ ਬਣਾਈ ਹੋਈ ਇੰਕ ਹੈ ਯੈਲੋ, ਤੇ ਇਹ ਨਾਰਮਲ ਇੰਕ ਹੈ। ਇਹ ਸਿੰਪਲ ਸਪੰਜ ਨਾਲ ਅਸੀਂ ਸਾਈਡ ਤੇ ਫੈਲਾਈ ਹੋਈ ਹੈ। ਇਹ ਸਾਡੇ ਨਾਰਮਲ ਅੱਖਰ ਨੇ। ਤੁਸੀਂ ਇਹ ਅੱਖਰ ਜਿਸ ਤਰ੍ਹਾਂ ਸਾਡੇ ਕਾਇਦੇ 'ਚ ਹੁੰਦੇ ਆ, ਤੁਸੀਂ ਉਹੀ ਵਾਲੇ ਅੱਖਰ ਇਹ ਲਿਖੇ ਹੋਏ ਆ। ਜਿਹੜਾ ਆ ਹੈ ਇਹ ਵੀ ਅਸੀਂ ਨਾਰਮਲ 2 ਕਲਰਸ ਨਾਲ ਲਿਖਿਆ। ਆ ਘਰ ਦਾ ਬਣਾਇਆ ਹੋਇਆ ਕਲਰ ਹੈ ਤੇ ਇਹ ਬਾਹਰੋਂ ਖਰੀਦਿਆ ਹੋਇਆ ਕਲਰ ਹੈ। ਇਹ ਵੀ ਘਰ ਦਾ ਬਣਾਇਆ ਹੋਇਆ। ਇਸ ਦੇ ਵਿੱਚ ਅਸੀਂ ਸਿੰਦੂਰ ਮਿਕਸ ਕੀਤਾ ਹੈ, ਸਿੰਦੂਰ ਤੇ ਹਲਦੀ, ਇਹ ਦੋਨੋਂ ਚੀਜ਼ਾਂ ਮਿਕਸ ਕਰਕੇ ਇਹ ਵਾਲੀ ਸ਼ਾਈ ਬਣੀ ਹੈ। ਤੇ ਇਸ ਨਾਲ ਵੀ ਤੁਸੀਂ ਲਿਖ ਸਕਦੇ ਹੋ। ਇਸ ਵਿੱਚ ਸਿਰਫ ਪਾਣੀ ਪਿਆ ਐਕਸਟਰਾ, ਬਸ ਉਹ ਪਾ ਕੇ ਅਸੀਂ ਇਸਦੀ ਸ਼ਾਈ ਬਣਾਈ ਹੈ। ਜਦੋਂ ਮੈਨੂੰ ਸ਼ਾਈ ਬਣਾਉਣੀ ਦੱਸੀ ਸੀ ਗੁਰਸਿੱਖਾਂ ਨੇ, ਤਾਂ ਜਿੰਨੀ ਵੀ ਕਿਚਨ 'ਚ ਸਮਾਨ ਸੀ, ਹਰ ਚੀਜ਼ ਦੀ ਸ਼ਾਈ ਬਣਾਉਣ ਤੋਂ ਬਾਅਦ ਅੰਦਾਜ਼ਾ ਲੱਗਿਆ ਸੀ ਕਿ
ਇਹ ਕਲਰਸ ਦੀ ਸ਼ਾਈ ਬਣ ਸਕਦੀ ਹੈ। ਤੁਸੀਂ ਨੀਲ ਦੀ ਵੀ ਸ਼ਾਈ ਬਣਾ ਸਕਦੇ ਹੋ, ਹੋਰ ਵੀ ਚੀਜ਼ਾਂ ਦੀ ਸ਼ਾਈ ਬਣਾ ਸਕਦੇ ਹੋ। ਹਾਂਜੀ ਵਾਹਿਗੁਰੂ, ਜੇ ਕਿਸੇ ਨੂੰ ਕੋਈ ਵੀ ਸਵਾਲ ਹੋਏ ਤਾਂ ਉਹ ਪੁੱਛ ਸਕਦੇ ਹਨ, ਨਹੀਂ ਤਾਂ ਫਿਰ ਅਸੀਂ ਅੱਜ ਦੀ ਕਲਾਸ ਤੁਹਾਡੇ ਕੋਲ ਇਜਾਜ਼ਤ ਲੈ ਕੇ ਫਿਰ ਅੱਜ ਦੀ ਕਲਾਸ ਦੀ ਆਪਾਂ ਸਮਾਪਤੀ ਕਰਦੇ ਹਾਂ। ਤੁਸੀਂ ਚਾਹੋ ਤਾਂ ਚੈਟ ਬਾਕਸ ਵੀ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਅੱਜ ਤੁਹਾਡੀ ਆਖਰੀ ਕਲਾਸ ਲੱਗ ਰਹੀ ਹੈ। ਹਾਂਜੀ ਜੀ, ਬਹੁਤ ਬਹੁਤ ਧੰਨਵਾਦੀ ਹਾਂ ਆਪ ਜੀ ਦੇ, ਜੋ ਆਪ ਜੀ ਨੇ ਆਪਣਾ ਕੀਮਤੀ ਸਮਾਂ ਦੇ ਕੇ ਬੱਚਿਆਂ ਨੂੰ ਐਸੀ ਸਿੱਖਿਆ ਦਿੱਤੀ ਹੈ, ਬਹੁਤ ਦੂਰ ਦੂਰ ਤੱਕ ਬੈਠ ਕੇ ਇਸ ਪ੍ਰੋਗਰਾਮ ਦੇਖ ਰਹੇ ਨੇ, ਔਰ ਉਹਨਾਂ ਦੇ ਜਿਹੜੀ ਚੀਜ਼ ਉਹ ਲੋਕ ਦੇਖਦੇ ਨੇ, ਬਣਾਉਂਦੇ ਨੇ, ਉਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਮੈਂ ਤਾਂ ਭਾਈ ਗੁਰਦਾਸ ਜੀ ਕੇ पंच बार गंग जाए बार पंच पराग नाए, तैसा फल एक सिख को नवाएगा, सिख को पिलाए पानी हेत अश्वमेघ फल सिख को जिवाएगा, जैसे सत मंदिर कंचन के उसार दीने, तैसा पुन सिख को एक शब्द सिखाएगा। ਤੇ ਜਿਹੜੇ ਸ਼ਬਦ ਨੂੰ ਤੁਸੀਂ ਸਿਖਾ ਰਹੇ ਹੋ ਬੱਚਿਆਂ ਨੂੰ, ਵਾਹਿਗੁਰੂ ਦੇ ਨਾਲ ਜੋੜ ਰਹੇ ਹੋ, ਬਾਣੀ ਨਾਲ ਜੋੜ ਰਹੇ ਹੋ, ਕਰਸਿਵ ਰਾਈਟਿੰਗ ਪੰਜਾਬੀ ਦੀ ਜੋ ਗੁਰਬਾਣੀ ਗੁਰਬਾਣੀ ਪੰਜਾਬੀ ਕਰਸਿਵ ਸਿਖਾ ਰਹੇ ਹੋ, ਬਹੁਤ ਹੀ ਕਾਬਿਲੇ ਤਾਰੀਫ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਸਤਿਗੁਰੂ ਜੀ ਆਪ ਜੀ ਨੂੰ ਹੋਰ ਬਲ ਉਦਮ ਚਾਓ ਬਖਸ਼ਣ, ਤਾਂ ਜੋ ਆਪ ਇਸੇ ਤਰੀਕੇ ਨਾਲ ਸੇਵਾਵਾਂ ਕਰਦੇ ਰਹੋ ਤੇ ਸਤਿਗੁਰ ਦੀਆਂ ਖੁਸ਼ੀਆਂ ਮਾਣਦੇ ਰਹੋ। ਤੇ ਅੱਗੇ ਵੀ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਤੇ ਤੁਸੀਂ ਸਾਨੂੰ ਦੱਸ ਦੇਣਾ, ਤੇ ਅਸੀਂ ਚਾਹੁੰਦੇ ਹਾਂ ਕਿ ਅੱਗੋਂ ਵੀ ਬੱਚੇ ਦਾ ਹੋਰ ਵੱਧ ਤੋਂ ਵੱਧ ਫਾਇਦਾ ਚੁੱਕ ਸਕਣ। ਜਿਤਨਾ ਇਸ ਨੂੰ ਅਸੀਂ ਫੈਲਾਵਾਂਗੇ, ਕਿਉਂਕਿ ਇਹ ਗਿਆਨ ਹੈਗਾ, ਜਿੰਨਾ ਅੱਗੇ ਜਾਏਗਾ ਤੁਹਾਡੀ ਵੀ ਪ੍ਰੈਕਟਿਸ ਹੋਏਗੀ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਵੀ ਪ੍ਰਾਪਤ ਹੋਣਗੀਆਂ। ਤੇ ਭਾਈ ਗੁਰਦਾਸ ਜੀ ਨੇ ਵੀ ਲਿਖਤੀ ਰੂਪ ਵਿੱਚ ਬਹੁਤ ਅੱਛਾ ਕੀਤਾ ਹੈ, ਮਗਰ ਜੋ ਤੁਹਾਡੀ ਸਟਾਈਲ ਹੈਗੀ ਸਿਖਾਉਣ ਦੀ, ਉਹ ਬਾ ਕਮਾਲ ਹੈਗੀ। ਸਤਿਗੁਰੂ ਜੀ ਆਪ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ, ਕੀ ਸੇਵਾ ਪ੍ਰਵਾਨ ਕਰਨੀ। ਵਾਹਿਗੁਰੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਵੇਖੋ ਜੀ, ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਭੈਣ ਜੀ ਨਾਲ ਇਸ ਤਰ੍ਹਾਂ ਸੰਪਰਕ ਹੋਏਗਾ। ਹਾਂਜੀ, ਇਹ ਤੇ ਰੱਬੋ ਹੀ ਇਸ ਤਰ੍ਹਾਂ ਸਬਬ ਬਣਿਆ ਕੁਛ, ਕਿ ਵੇਖੋ ਜੀ ਭੈਣ ਜੀ ਨਾਲ ਜਿਵੇਂ ਸੰਪਰਕ ਹੋਇਆ, ਔਰ ਮਤਲਬ ਐਸੀ ਉਮੀਦ ਨਹੀਂ ਕਰ ਸਕਦੇ ਸੀ ਅਸੀਂ ਕਿ ਮਤਲਬ ਇਸ ਤਰੀਕੇ ਨਾਲ ਭੈਣ ਜੀ ਜੋਵੇ ਬਹੁਤ ਵਧੀਆ ਤਰੀਕੇ ਨਾਲ ਜੋਵੇ ਕਿ ਮਤਲਬ ਸਿਖਾਉਣਗੇ। ਸਾਡੀ ਉਮੀਦਾਂ ਤੋਂ ਕਿਤੇ ਜ਼ਿਆਦਾ ਇਹਨਾਂ ਨੇ ਜੋਵੇ ਬਹੁਤ ਅੱਛੇ ਤਰੀਕੇ ਨਾਲ ਸਿਖਾਇਆ ਹੈ। ਤੇ ਭੈਣ ਜੀ ਦਾ ਬਾਰ-ਬਾਰ ਬਹੁਤ ਧੰਨਵਾਦ ਹੈ। ਤੇ ਉਮੀਦ ਕਰਾਂਗੇ ਕਿ ਭੈਣ ਜੀ ਜਦੋਂ ਵੀ ਕਾਨਪੁਰ ਆਣ ਤੇ ਬੇਨਤੀ ਕਰਾਂਗੇ ਕਿ ਮਿਲੇ ਬਗੈਰ ਨਾ ਜਾਣ। ਹਾਂਜੀ, ਜੇ ਆਪ ਜੀ ਦੇ ਸਥਾਨ ਤੇ ਉਧਰ ਸਾਡਾ ਅਗਰ ਜਾਣਾ ਹੋਇਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਪ ਜੀ ਨੂੰ ਜ਼ਰੂਰ ਮਿਲੀਏ। ਹਾਂਜੀ, ਤੇ ਭੈਣ ਜੀ ਦਾ ਬਹੁਤ ਬਹੁਤ ਬਾਰ-ਬਾਰ ਧੰਨਵਾਦ ਹੈ। ਤੇ ਬਸ ਬੇਨਤੀ ਇਹੀ ਕਰਾਂਗੇ ਕਿ ਭੈਣ ਜੀ ਆਪ ਜੀ ਮਤਲਬ ਜੁੜਾਓ ਰੱਖੋ ਐਸੇ ਤਰੀਕੇ ਨਾਲ ਹੀ, ਤੇ ਮਤਲਬ ਸਾਰੇ ਬੜਾ ਇੰਸਪਾਇਰ ਨੇ ਆਪ ਜੀ ਕੋਲੋਂ। ਤੇ ਜਿਸ ਤਰ੍ਹਾਂ ਆਪ ਜੀ ਦੀ ਮਤਲਬ ਜਦੋਂ ਵੀ ਆਪ ਜੀ ਸੇਵਾਵਾਂ ਆਪਣੀਆਂ ਦੇਣਾ ਚਾਹੋ ਤੇ ਆਪ ਜੀ ਦਾ ਵੈਲਕਮ ਹੈ ਭੈਣ ਜੀ, ਹਨਾ। ਤੇ ਬਹੁਤ ਬਹੁਤ ਧੰਨਵਾਦ, ਬਾਰ-ਬਾਰ ਧੰਨਵਾਦ ਆਪ ਜੀ ਦਾ। ਠੀਕ ਹੈ ਜੀ। ਹਾਂਜੀ ਵਾਹਿਗੁਰੂ, ਇੱਕ ਬੇਨਤੀ ਸੀ, ਜਿਹੜੇ ਬੱਚੇ ਸਿੱਖਣਾ ਚਾਹੁੰਦੇ ਨੇ ਕਲਮ ਦੇ ਨਾਲ, ਜਿਹੜੇ ਤਾਂ ਕਾਨਪੁਰ ਦੇ ਨੇ, ਤਾਂ ਸਾਡੇ ਕਾਨਪੁਰ ਇੱਕ ਭੈਣ ਜੀ ਹੈਗੇ ਨੇ, ਉਹਨਾਂ ਦੀ ਕਲਾਸ ਲੱਗਦੀ ਹੈ ਹਰ ਸੰਡੇ। ਤਾਂ ਉਹਨਾਂ ਦਾ ਤੁਹਾਨੂੰ ਅੱਜ ਗਰੁੱਪ ਵਿੱਚ ਸ਼ੇਅਰ ਕਰ ਦੇਵਾਂਗੀ ਐਡਰੈਸ ਤੇ ਨੰਬਰ ਤੇ ਟਾਈਮਿੰਗਸ। ਆਪ ਜੀ ਉੱਥੇ ਜਾ ਕੇ ਸਿੱਖ ਸਕਦੇ ਹੋ। ਜਿਹੜੇ ਕਾਨਪੁਰ ਤੋਂ ਦੂਰ ਨੇ ਉਹਨਾਂ ਵਾਸਤੇ ਇੱਕ ਉਪਰਾਲਾ ਸਟਾਰਟ ਹੋ ਗਿਆ ਹੈ। ਹਰ 2 ਹਫ਼ਤੇ ਵਿੱਚ ਇੱਕ ਵਾਰੀ ਕਲਾਸ ਲੱਗਦੀ ਹੈ, ਕਲਮ ਦੇ ਨਾਲ ਲਿਖਣ ਦੀ ਸਟਾਰਟ ਹੋਣੀ ਹੈ। ਫੋਰਨ ਤੋਂ ਕੋਈ ਸੰਗਤ ਹੈਗੀ ਹੈ, ਉਹ ਸੇਵਾ ਲੈ ਰਹੇ ਨੇ, ਤੇ ਆਪ ਜੀ ਮੈਨੂੰ ਮੈਸੇਜ ਕਰ ਦੇਣਾ, ਆਪ ਜੀ ਨੂੰ ਉਸ ਵਿੱਚ ਐਡ ਕਰ ਦੇਵਾਂਗੀ ਤੇ ਆਪ ਜੀ ਉੱਥੋਂ ਸਿੱਖ ਸਕਦੇ ਹੋ। ਕਲਮ ਦੇ ਨਾਲ ਹੀ ਸਿਖਾਇਆ ਜਾਏਗਾ ਪੂਰਾ। ਜਿਹੜੇ ਕਾਨਪੁਰ ਦੇ ਨੇ ਉਹ ਤਾਂ ਕਾਨਪੁਰ ਭੈਣ ਜੀ ਹੈਗੇ ਨੇ ਰਵਿੰਦਰ ਕੌਰ, ਉਹਨਾਂ ਕੋਲ ਤੁਸੀਂ ਜਾ ਕੇ ਸਿੱਖ ਸਕਦੇ ਹੋ। ਹਰ ਸੰਡੇ ਦੇ ਸੰਡੇ ਕਲਾਸ ਲੱਗਦੀ ਹੈ। ਹਾਂਜੀ ਹਾਂਜੀ, ਤੇ ਇਹਨਾਂ ਨੂੰ ਮਤਲਬ ਹੋਰ ਵੀ ਕਿਹਾ ਜਾ ਸਕਦਾ ਹੈ ਕਿ ਮਤਲਬ ਜੋ ਕਲਮਾਂ ਨੇ ਨਾ, ਉਹ ਵੀ ਭੈਣ ਜੀ ਰਵਿੰਦਰ ਕੌਰ ਜੀ ਵੱਲੋਂ ਮਿਲ ਸਕਦੀਆਂ ਨੇ, ਉਹ ਵੀ ਪ੍ਰੋਵਾਈਡ ਕਰਾ ਦੇਣਗੇ। ਹਾਂਜੀ, ਜਿਨ੍ਹਾਂ ਨੂੰ ਕਲਮਾਂ ਚਾਹੀਦੀਆਂ ਹੋਣਗੀਆਂ ਉਹ ਭੈਣ ਜੀ ਦੇ ਦੇਣਗੇ ਕਲਮਾਂ। ਹਾਂਜੀ, ਤੇ ਬਹੁਤ ਅੱਛੀ ਗੱਲ ਹੈ, ਭੈਣ ਜੀ ਕੋਲ ਸਿੱਖ ਲਓ। ਜਿਹੜੇ
ਕਾਨਪੁਰ 'ਚ ਹੈਗੇ ਨੇ, ਉਹ ਭੈਣ ਜੀ ਕੋਲ ਸਿੱਖਣ ਦਾ ਯਤਨ ਕਰਨ, ਤੇ ਬਾਕੀ ਆਪ ਜੀ ਕੋਲ ਜਿਸ ਤਰ੍ਹਾਂ ਨੰਬਰ ਆਣ ਤੇ ਆਪ ਜੀ ਗਰੁੱਪ ਵਿੱਚ ਉਹਨਾਂ ਨੂੰ ਐਡ ਕਰ ਦੇਣਾ। ਤੇ ਬਸ ਬਾਕੀ ਜੋ ਵੇ ਥੋੜਾ ਜਿਹਾ ਆਪ ਜੀ ਅੱਗੇ ਬੇਨਤੀ ਕਿ ਕਦੀ ਕਦਾਰ ਆਪ ਜੀ ਵੀ ਥੋੜਾ ਜਿਹਾ ਆ ਕੇ ਹਾਂਜੀ ਗਾਈਡ ਕਰ ਦਿਆ ਕਰੋ, ਠੀਕ ਹੈ ਜੀ। ਜਦੋਂ ਹੁਕਮ ਕਰੋਗੇ ਅਸੀਂ ਦੁਬਾਰਾ ਸੈਸ਼ਨ ਲੈ ਲਾਂਗੇ, ਜਦੋਂ ਕਿਸੇ ਵਾਹ ਨੂੰ ਜੀ ਵਾਹ। ਹੋਏਗਾ ਕਿ ਉਹਨਾਂ ਨੇ ਸਿੱਖਣਾ ਹੈ ਜਾਂ ਕੁਛ ਹੈ, ਸੰਗਤ ਹੈਗੀ ਹੈ, ਤੁਸੀਂ ਹਾਂਜੀ ਜਦੋਂ ਹਾਂਜੀ, ਹੁਕਮ ਕਰੋਗੇ ਹਾਜ਼ਰ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ, ਬਹੁਤ ਅੱਛਾ ਹੈ ਜੀ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਹਾਂਜੀ, ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।